ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 236 ਤੋਂ ਲੈ ਕੇ 238 ਤੇ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਗੌੜੀ ਵਿੱਚ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਗੌੜੀ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸਿਉ ਸੰਗ ਨਿਵਾਰੈ। 10 ਇੰਦਰੀ ਕਰ ਰਾਖੈ ਵਾਸ, ਤਾਕੈ ਆਤਮੈ ਹੋਏ ਪ੍ਰਗਾਸ। ਐਸੀ ਦ੍ਰਿੜਤਾ ਤਾਕੈ ਹੋਏ, ਜਾ ਕੋ ਦਿਆ ਮਿਆ ਪ੍ਰਭ ਸੋਏ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਜੀ ਕਹਿੰਦੇ ਜੋ ਜੀਵ ਆਪਣੇ ਅੰਤਰ ਆਤਮੇ ਕਹਿੰਦੇ ਪਰਮਾਤਮਾ ਦਾ ਗੁਰੂ ਦਾ ਸ਼ਬਦ ਕਹਿੰਦੇ ਆਪਣੇ ਹਿਰਦੇ ਵਿੱਚ ਕਹਿੰਦੇ ਪੱਕਾ ਕਰ ਲੈਂਦਾ, ਦ੍ਰਿੜ ਕਰ ਲੈਂਦਾ, ਸ਼ਬਦ ਦਾ ਜਾਪ ਕਰਦਾ। ਕਹਿੰਦੇ ਉਹ ਜਿਹੜੇ 5 ਵਿਕਾਰ ਨੇ ਕਹਿੰਦੇ ਉਹਨਾਂ ਨੂੰ ਆਪਣੇ ਅੰਦਰੋਂ ਖਤਮ ਕਰ ਲੈਂਦਾ ਅਤੇ ਆਪਣੀਆਂ ਜਿਹੜੀਆਂ 10 ਇੰਦਰੀਆਂ ਨੇ ਇਹ ਉਹਦੇ ਵਸ ਵਿੱਚ ਆ ਜਾਂਦੀਆਂ ਨੇ ਅਤੇ ਉਹਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ। ਪਰ ਕਹਿੰਦੇ ਵੀ ਇਹ ਸਾਰਾ ਕੁਛ ਉਸ ਜੀਵ 'ਤੇ ਹੀ ਹੁੰਦਾ ਜਿਸ ਉੱਤੇ ਕਹਿੰਦੇ ਉਹ ਪਰਮਾਤਮਾ ਆਪ ਦਇਆ ਕਰਦਾ, ਕਿਰਪਾਲੂ ਆਪ ਕਿਰਪਾ ਕਰਦਾ। ਉਸ ਜੀਵ ਦੇ ਅੰਦਰ ਇਸ ਤਰ੍ਹਾਂ ਦੀ ਦ੍ਰਿੜਤਾ ਆਉਂਦੀ ਆ ਕਿ ਸ਼ਬਦ ਅੰਦਰ ਵਸਦਾ ਅਤੇ ਵਿਕਾਰ ਬਾਹਰ ਨਿਕਲ ਜਾਂਦੇ ਨੇ, ਉਹਦੀਆਂ ਜਿਹੜੀਆਂ ਇੰਦਰੀਆਂ ਨੇ ਆਪਣੇ ਉਹਦੇ ਵਸ ਵਿੱਚ ਆ ਜਾਂਦੀਆਂ ਨੇ। ਇਹ ਜੀਵ ਦੇ ਆਪਣੇ ਵਸ ਦੀ ਗੱਲ ਨਹੀਂ ਹੈ। ਇਸ ਕਰਕੇ ਕਈ ਦਫਾ ਮੈਂ ਇਹ ਗੱਲ ਸਾਂਝੀ ਕੀਤੀ ਆ ਸੰਗਤ ਦੇ ਵਿੱਚ ਦੱਸੀ ਨੇ ਕਿ ਸ਼ਾਇਦ ਚੌਥੇ ਪਾਤਸ਼ਾਹ ਜੀ ਦੀ ਤੁਕ ਹੈ, ਬਾਣੀ ਦੇ ਵਿੱਚ ਆਉਂਦੀ ਆ। ਮੈਂ ਆਪ ਹੁਣ ਉਸ ਤੁਕ ਨੂੰ ਲੱਭਦੀ ਹਾਂ, ਮੈਨੂੰ ਲੱਭ ਨਹੀਂ ਰਹੀ ਕਿ ਜਿੱਥੇ ਸਾਫ਼ ਸਪਸ਼ਟ ਸ਼ਬਦਾਂ 'ਚ ਗੁਰੂ ਸਾਹਿਬਾਨ ਨੇ ਕਿਹਾ ਕਿ ਅਸੀਂ ਆਪਣੇ ਵਿਕਾਰ ਆਪ ਨਹੀਂ ਖਤਮ ਕਰ ਸਕਦੇ, ਅਸੀਂ ਆਪਣੀ ਹਉਮੈ ਆਪ ਨਹੀਂ ਮਾਰ ਸਕਦੇ। ਅਸੀਂ ਸਿਰਫ ਇੱਕ ਕੰਮ ਕਰਨਾ, ਉਹਦਾ ਨਾਮ ਜਪਣਾ। ਨਾਮ ਜਪਦਿਆਂ ਜਪਦਿਆਂ ਸਾਰੇ ਬਾਕੀ ਦੇ ਕੰਮ ਉਸ ਪਰਮਾਤਮਾ ਨੇ ਸਾਡੇ ਕਰਨੇ ਨੇ। ਸਾਡੇ ਅੰਦਰੋਂ ਸਾਰੀ ਸਫਾਈ ਪਰਮਾਤਮਾ ਨੇ ਕਰਨੀ ਆ, ਪਰ ਅਸੀਂ ਨਾਮ ਜਪਣਾ। ਜਿੰਨੀ ਜ਼ਿਆਦਾ ਨਾਮ ਦੀ ਜਾਪ ਹੋਣਾ ਓਨੀ ਛੇਤੀ ਇਹ ਸਾਰੀਆਂ ਸਫਾਈਆਂ ਸ਼ੁਰੂ ਹੋਣੀਆਂ ਨੇ, ਪਰ ਹੋਣੀਆਂ ਨੇ ਉਹਦੀ ਕਿਰਪਾ ਨਾਲ। ਵਾਹਿਗੁਰੂ ਜੀ, ਵਾਹਿਗੁਰੂ। ਸਾਜਨ ਦੁਸ਼ਟ ਜਾ ਕੈ ਏਕ ਸਮਾਨੈ, ਜੇਤਾ ਬੋਲਣ ਤੇਤਾ ਗਿਆਨੈ। ਕਹਿੰਦੇ ਜਿਸ ਜੀਵ ਦੇ ਕਹਿੰਦੇ ਮਤਲਬ ਉਹਦੇ ਮਨ ਦੇ ਵਿੱਚ ਇਹ ਸਮਝ ਹੋ ਜਾਂਦੀ ਆ ਕਿ ਉਹਨੂੰ ਹਰ ਕੋਈ, ਚਾਹੇ ਦੁਸ਼ਟ ਆ, ਚਾਹੇ ਉਹਦਾ ਕੋਈ ਵੈਰੀ ਆ, ਚਾਹੇ ਉਹਦਾ ਕੋਈ ਮਿੱਤਰ ਆ, ਉਹਨੂੰ ਸਾਰੇ ਇੱਕੋ ਸਮਾਨ ਲੱਗਦੇ ਨੇ। ਜਿੰਨਾ ਵੀ ਉਹਦੀ ਬੋਲ ਚਾਲ ਹੈਗੀ ਆ ਸਾਰੀਆਂ ਉਹ ਤੱਤ ਗਿਆਨ ਦੀਆਂ ਗੱਲਾਂ ਕਰਦਾ, ਪਰਮਾਤਮਾ ਦੀਆਂ ਗੱਲਾਂ ਕਰਦਾ। ਜੋ ਕੁਛ ਉਹ ਸੁਣਦਾ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਫਿਰ ਜੋ ਕੁਛ ਵੀ ਉਹ ਦੇਖਦਾ ਉਹਦੇ ਨਾਲ ਉਹਦੀ ਸੁਰਤ ਵਾਹਿਗੁਰੂ ਜੀ ਜੁੜਦੀ ਆ। ਹਰ ਇੱਕ ਚੀਜ਼ ਉਹ ਕਰਦਾ, ਸੁਣਦਾ, ਦੇਖਦਾ, ਸਭ ਕੁਛ ਪਰਮਾਤਮਾ ਦੇ ਨਾਲ ਜੁੜੀਆਂ ਚੀਜ਼ਾਂ ਨੇ, ਕਿਉਂਕਿ ਹਰ ਵਕਤ ਉਹਦਾ ਪਰਮਾਤਮਾ 'ਚ ਹੀ ਧਿਆਨ ਲੱਗਿਆ ਰਹਿੰਦਾ। ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ। ਉਹ ਆਤਮਿਕ ਅਡੋਲਤਾ ਦੇ ਵਿੱਚ ਹੀ ਜਾਗਦਾ, ਆਤਮਿਕ ਅਡੋਲਤਾ ਦੇ ਵਿੱਚ ਹੀ ਉਹ ਸੌਂਦਾ। ਜੋ ਕੁਛ ਉਹਦੇ ਜੀਵਨ ਦੇ ਵਿੱਚ ਹੁੰਦਾ ਸਭ ਕੁਝ ਉਹ ਸਹਿਜ ਨਾਲ ਹੋਈ ਜਾ ਰਿਹਾ, ਕਿਉਂਕਿ ਉਹਨੂੰ ਪਤਾ ਕਿ ਜੋ ਕੁਛ ਕਰਨ ਕਰਾਉਣ ਵਾਲਾ ਉਹ ਪਰਮਾਤਮਾ। ਫਿਰ ਉਹ ਆਪਣੇ ਆਪ ਨੂੰ ਕਰਤਾ ਨਹੀਂ ਸਮਝਦਾ, ਇਸ ਕਰਕੇ ਉਹ 'ਚ ਸਹਿਜ ਆ ਜਾਂਦਾ। ਸਹਿਜ ਬੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ।
ਜੇ ਉਹਦੇ ਜੀਵਨ ਦੇ ਵਿੱਚ ਕੋਈ ਖੁਸ਼ੀ ਆਉਂਦੀ ਆ, ਗਮੀ ਆਉਂਦੀ ਆ, ਫਿਰ ਵੀ ਉਹ ਆਤਮਿਕ ਅਡੋਲਤਾ 'ਚ ਰਹਿੰਦਾ, ਸਹਿਜ 'ਚ ਰਹਿੰਦਾ। ਉਹਦੀ ਚੁੱਪ ਵੀ ਆਤਮਿਕ ਅਡੋਲਤਾ 'ਚ ਹੁੰਦੀ ਆ ਅਤੇ ਉਹਦਾ ਬੋਲਣਾ ਵੀ ਆਤਮਿਕ ਅਡੋਲਤਾ 'ਚ ਹੀ ਹੁੰਦਾ। ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਗਲ ਦੁਰਾਓ। ਕਹਿੰਦੇ ਉਹਦਾ ਜਿਹੜਾ ਭੋਜਨ ਖਾਣਾ ਉਹ ਵੀ ਉਹ ਆਤਮਿਕ ਅਡੋਲਤਾ ਸਹਿਜ ਨਾਲ, ਅਤੇ ਕਿਸੇ ਨਾਲ ਪ੍ਰੇਮ ਪਿਆਰ 'ਚ ਕਰਦਾ ਉਹ ਵੀ ਉਹ ਆਤਮਿਕ ਅਡੋਲਤਾ ਦੇ ਵਿੱਚ। ਕਹਿੰਦੇ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਿਆਂ ਉਹਦੇ ਅੰਦਰੋਂ ਸਾਰਾ ਜਿਹੜਾ ਦਵੈਤ ਆ ਉਹ ਖਤਮ ਹੋ ਜਾਂਦਾ। ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਆਤਮਿਕ ਅਡੋਲਤਾ ਵਿੱਚ ਟਿਕਿਆਂ ਉਹਦਾ ਮਿਲਾਪ ਗੁਰੂ ਨਾਲ ਹੋ ਜਾਂਦਾ। ਫਿਰ ਕਹਿੰਦੇ ਪ੍ਰਤੱਖ ਰੂਪ ਵਿੱਚ ਉਹਨੂੰ ਪਰਮੇਸ਼ਰ ਮਿਲ ਜਾਂਦੇ ਨੇ। ਸਹਿਜੇ ਗ੍ਰਹਿ ਮਹਿ ਸਹਿਜ ਉਦਾਸੀ, ਸਹਿਜੇ ਦੁਬਿਧਾ ਤਨ ਕੀ ਨਾਸੀ। ਜੇ ਕਹਿੰਦੇ ਉਹ ਗ੍ਰਹਿਸਥ ਵਿੱਚ ਹੈ ਤਾਂ ਵੀ ਉਹ ਸਹਿਜ ਵਿੱਚ ਰਹਿ ਰਿਹਾ, ਜੇ ਉਹ ਗ੍ਰਹਿਸਥ ਤੋਂ ਬਾਹਰ ਨਿਰਲੇਪ ਹੋਇਆ ਉਦਾਸੀਨਤਾ ਦਾ ਉਹਦਾ ਜੀਵਨ ਹੈ ਤਾਂ ਵੀ ਉਹ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਾ। ਇਹਦੀ ਜਿਹੜੀ ਅਡੋਲਤਾ ਆਤਮਿਕ, ਇਹਦੇ ਕਰਕੇ ਉਹਦੇ ਕਹਿੰਦੇ ਜਿਹੜੀ ਤਨ ਦੀ ਦੁਬਿਧਾ ਹੈਗੀ ਆ, ਮੇਰ ਤੇਰ ਦੀ ਹੈਗੀ ਜਿਹੜੀ ਸਾਰੀ ਇਹ ਭਾਵਨਾ ਉਹਦੇ ਅੰਦਰੋਂ ਖਤਮ ਹੋ ਜਾਂਦੀ ਆ। ਜਾ ਕੇ ਸਹਿਜ ਮਨ ਭਇਆ ਆਨੰਦ, ਤਾਕੋ ਭੇਟਿਆ ਪਰਮਾਨੰਦ। ਕਹਿੰਦੇ ਆਤਮਿਕ ਅਡੋਲਤਾ 'ਚ ਟਿਕਣ ਕਰਕੇ ਜਿਸ ਜੀਵ ਦੇ ਅੰਦਰ ਹਮੇਸ਼ਾ ਆਨੰਦ ਬਣਿਆ ਰਹਿੰਦਾ, ਕਹਿੰਦੇ ਉਹਦਾ ਮਿਲਾਪ ਪੂਰਨ ਪਰਮਾਨੰਦ, ਜੋ ਪਰਮ ਆਨੰਦ ਦਾ ਸੋਮਾ ਪਰਮਾਤਮਾ, ਕਹਿੰਦੇ ਉਹਨੂੰ ਪਰਮਾਤਮਾ ਹਮੇਸ਼ਾ ਮਿਲਿਆ ਹੀ ਰਹਿੰਦਾ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ। ਕਹਿੰਦੇ ਉਹ ਸਹਿਜਤਾ ਵਿੱਚ ਟਿਕ ਕੇ ਹੀ ਕਹਿੰਦੇ ਅੰਮ੍ਰਿਤ ਪੀਓ ਨਾਮ, ਅੰਮ੍ਰਿਤ ਰੂਪੀ ਨਾਮ ਪੀਂਦਾ ਹੈ, ਉਹਦਾ ਜਾਪ ਕਰਦਾ ਹੈ। ਕਹਿੰਦੇ ਫਿਰ ਉਹ ਜੋ ਕੁਛ ਕਹਿੰਦੇ ਮਤਲਬ ਸਹਿਜੇ ਕੀਨੋ ਜੀ ਕੋ ਦਾਨ, ਕਹਿੰਦੇ ਫਿਰ ਉਹ ਜੋ ਆਪ ਜਪਦਾ ਹੈ ਦੂਜਿਆਂ ਨੂੰ ਵੀ ਜਪਾਉਂਦਾ ਹੈ। ਸਹਿਜ ਕਥਾ ਮਹਿ ਆਤਮ ਰਸਿਆ, ਤਾਕੈ ਸੰਗ ਅਬਿਨਾਸੀ ਵਸਿਆ। ਕਹਿੰਦੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰਦਾ ਹੈ। ਫਿਰ ਕਹਿੰਦੇ ਉਹਦਾ ਜਿਹੜਾ ਆਤਮਾ ਹੈਗੀ ਆ, ਕਹਿੰਦੇ ਉਹ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਆ। ਉਸ ਜੀਵ ਦੇ ਕਹਿੰਦੇ ਪਰਮਾਤਮਾ ਅੰਗ ਸੰਗ ਵਸਦਾ, ਉਹਨੂੰ ਅਨੁਭਵ ਹੋਇਆ ਰਹਿੰਦਾ ਹੈ। ਸਹਿਜੇ ਆਸਣ ਅਸਥਿਰ ਪਾਇਆ, ਸਹਿਜੇ ਅਨਹਤ ਸ਼ਬਦ ਵਜਾਇਆ। ਕਹਿੰਦੇ ਫਿਰ ਜਿਸ ਤਰ੍ਹਾਂ ਉਹਦਾ ਟਿਕਾਣਾ ਆਤਮਿਕ ਅਡੋਲਤਾ ਵਿੱਚ ਰਹਿੰਦਾ, ਅਤੇ ਉਹ ਕਹਿੰਦੇ ਇਹਨੂੰ ਚੰਗਾ ਲੱਗਦਾ ਆਤਮਿਕ ਅਡੋਲਤਾ 'ਚ ਟਿਕਣਾ। ਫਿਰ ਕਹਿੰਦੇ ਇਸ ਤਰ੍ਹਾਂ ਉਹਦੇ ਅੰਦਰ ਅਨਹਤ ਸ਼ਬਦ ਜਿਹੜੇ ਲਗਾਤਾਰ ਸਿਫਤ ਸਲਾਹ ਦੀ ਬਾਣੀ ਚੱਲਦੀ ਆ, ਉਹਦੇ ਅੰਦਰ ਆਤਮਿਕ ਆਨੰਦ ਦੀ ਸਹਿਜੇ ਰੁਣ ਝੁਨਕਾਰ ਸੁਹਾਇਆ। ਉਹਦੇ ਅੰਦਰ ਆਤਮਿਕ ਆਨੰਦ ਦੀ ਇੱਕ ਟਿੱਕੀ ਜਿਹਦਾ ਰੋਂ ਚੱਲ ਰਹੀ ਹੁੰਦੀ ਆ। ਤਾਕੇ ਘਰ ਪਾਰ ਬ੍ਰਹਮ ਸਮਾਇਆ। ਕਹਿੰਦੇ ਉਹਦੇ ਅੰਦਰ ਉਹਨੂੰ ਅਨੁਭਵ ਹੁੰਦਾ ਕਿ ਪਾਰ ਬ੍ਰਹਮ ਮੇਰੇ ਅੰਦਰ ਆ, ਹੈ ਤੇ ਸਭ ਦੇ ਅੰਦਰ, ਪਰ ਜਿਹਨੂੰ ਅਨੁਭਵ ਹੋ ਜਾਵੇ ਉਹਦੇ ਅੰਦਰ ਸਮਾਇਆ ਰਹਿੰਦਾ ਪਰਮਾਤਮਾ। ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ। ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕੇ ਹੋਏ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ। ਫਿਰ ਉਹਦਾ ਸਹਿਜ ਦੇ ਵਿੱਚ ਰਹਿਣ ਨਾਲ ਗੁਰੂ ਨਾਲ ਮਿਲਾਪ ਹੁੰਦਾ, ਫਿਰ ਉਹਦਾ ਧਰਮ ਸੱਚ ਦਾ ਬਣ ਜਾਂਦਾ। ਸੱਚ ਦਾ ਧਰਮ ਬਣ ਜਾਣਾ, ਉਹ ਹਮੇਸ਼ਾ ਨਾਮ ਸਿਮਰਨ ਵਿੱਚ ਲੱਗਿਆ ਰਹਿੰਦਾ। ਜਾ ਕੇ ਸਹਿਜ ਭਇਆ ਸੋ ਜਾਣੈ, ਨਾਨਕ ਦਾਸ ਤਾਕੈ ਕੁਰਬਾਨੈ। ਫਿਰ ਕਹਿੰਦੇ ਵੀ ਜਿਸ ਜੀਵ ਨੂੰ
ਇਸ ਆਤਮਿਕ ਅਡੋਲਤਾ ਦਾ, ਸਹਿਜ ਦਾ ਅਨੁਭਵ ਹੁੰਦਾ, ਉਹ ਹੀ ਦੱਸ ਸਕਦਾ ਕਿ ਵੀ ਇਹਦੇ ਨਾਲ ਅੰਦਰ ਦੀ ਕੀ ਮਤਲਬ ਹਾਲਤ ਹੁੰਦੀ ਜੀਵ ਦੀ, ਅੰਦਰ ਉਹਦੇ ਕੀ ਮਹਿਸੂਸ ਹੁੰਦਾ, ਕਿਸ ਤਰ੍ਹਾਂ ਦਾ ਆਨੰਦ ਹੁੰਦਾ, ਕੋਈ ਦੂਜਾ ਨਹੀਂ ਜਾਣ ਸਕਦਾ। ਫਿਰ ਨਾਨਕ ਜੀ ਕਹਿੰਦੇ ਨੇ, ਮੈਂ ਉਸ ਜੀਵ ਤੋਂ ਕੁਰਬਾਨ ਜਾਵਾਂ ਜਿਸ ਨੇ ਕਹਿੰਦੇ ਅੰਦਰ ਆਤਮਿਕ ਅਡੋਲਤਾ 'ਚ ਟਿਕ ਕੇ ਉਸ ਪਰਮਾਤਮਾ ਨੂੰ ਪਾ ਲਿਆ, ਉਹਦਾ ਅਨੁਭਵ ਕਰ ਲਿਆ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਪ੍ਰਥਮੇ ਗਰਭਵਾਸ ਤੇ ਟਰਿਆ, ਪੁੱਤਰ ਕਲਤਰ ਕੁਟੰਬ ਸੰਗ ਜੁਰਿਆ। ਭੋਜਨ ਅਨੇਕ ਪ੍ਰਕਾਰ ਬਹੁ ਕਪਰੇ, ਸਰ ਪਰ ਗਵਨ ਕਰੇਂਗੇ ਬਪੁਰੇ। ਕਵਨ ਅਸਥਾਨ ਜੋ ਕਬਹੂ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਪਹਿਲਾਂ ਜੀਵ ਦੀ ਮਾਤਾ ਦੇ ਗਰਭ ਦੇ ਵਿੱਚੋਂ ਖਲਾਸੀ ਹੁੰਦੀ ਆ, ਬਾਹਰ ਆਉਂਦਾ। ਫਿਰ ਕਹਿੰਦੇ ਥੋੜ੍ਹਾ ਵੱਡਾ ਹੁੰਦਾ, ਜਵਾਨੀ ਦੇ ਵਿੱਚ ਫਿਰ ਆਪਣੇ ਪੁੱਤਰ, ਇਸਤਰੀ, ਪਰਿਵਾਰ ਦੇ ਵਿੱਚ ਕਹਿੰਦੇ ਫਿਰ ਉਹਦਾ ਮੋਹ ਪੈ ਜਾਂਦਾ, ਉਹਨਾਂ ਨਾਲ ਜੁੜਿਆ ਰਹਿੰਦਾ। ਫਿਰ ਕਹਿੰਦੇ ਅਨੇਕ ਤਰ੍ਹਾਂ ਦੇ ਭੋਜਨ ਖਾਂਦਾ, ਕੱਪੜੇ ਪਹਿਨਦਾ, ਉਹਨਾਂ ਸਾਰੀਆਂ ਚੀਜ਼ਾਂ ਦੇ ਰੰਗ ਤਮਾਸ਼ਿਆਂ 'ਚ ਕਹਿੰਦੇ ਜੁੜਿਆ ਰਹਿੰਦਾ। ਕਹਿੰਦੇ ਪਰ ਸਰ ਪਰ ਗਵਨ ਕਰੇਂਗੇ ਵਪਰੇ, ਕਹਿੰਦੇ ਵੀ ਉਹ ਇਹ ਭੁੱਲ ਜਾਂਦਾ ਕਿ ਵੀ ਇਹ ਸਭ ਕੁਛ ਇੱਕ ਦਿਨ ਨਾਸ਼ ਹੋ ਜਾਣਾ। ਜੀਵ ਇਹ ਭੁੱਲ ਜਾਂਦਾ, ਮਤਲਬ ਸਭ ਕੁਛ ਇਹ ਸਮਝ ਕੇ ਵੀ ਪਤਾ ਨਹੀਂ ਸਭ ਕੁਛ ਸਥਾਈ ਆ, ਇਸ ਤਰ੍ਹਾਂ ਹਰ ਇੱਕ ਚੀਜ਼ 'ਚ ਮਗਨ ਹੋਇਆ ਰਹਿੰਦਾ। ਮਾਇਆ ਦਾ ਜਾਲ ਆ ਨਾ ਸਾਰਾ ਇਹ। ਕਹਿੰਦੇ ਉਹ ਕਿਹੜੀ ਜਗ੍ਹਾ ਜਿਹੜੀ ਕਦੇ ਨਾ ਨਾਸ਼ ਹੋਣ ਵਾਲੀ ਆ, ਅਟਲ ਅਸਥਾਨ ਆ ਜਿਹੜਾ ਸਦਾ ਹੀ ਰਹਿਣ ਵਾਲਾ। ਫਿਰ ਕਹਿੰਦੇ ਉਹ ਕਿਹੜਾ ਸ਼ਬਦ ਆ ਜਿਹਦੇ ਨਾਲ ਜੀਵ ਦੀ ਮਾੜੀ ਮਤ ਤਿਆਗ ਹੋ ਜਾਂਦੀ ਆ। ਫਿਰ ਕਹਿੰਦੇ ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। शिवपुरी का होएगा काला, त्रै गुण माया बिनस बिताला। ਜਿਸ ਤਰ੍ਹਾਂ ਉਸ ਟਾਈਮ ਬਹੁਤੇ ਜਿੱਦਾਂ ਸੀ ਕਿ ਬਹੁਤੇ ਲੋਕ ਵੇਦ ਪੁਰਾਣਾਂ ਦੇ ਪਿੱਛੇ ਸੀਗੇ, ਅਤੇ ਉਹਨਾਂ ਦੇ ਵੇਦ ਪੁਰਾਣਾਂ ਦੇ ਅਨੁਸਾਰ ਬਹੁਤੇ ਦੱਸੇ ਹੋਏ ਸੀ ਆ ਪੁੰਨ ਕਰਮ ਨੇ, ਆ ਪਾਪ ਕਰਮ ਨੇ। ਅਤੇ ਇਸ ਤਰ੍ਹਾਂ ਹੀ ਉਹਨਾਂ ਵਿੱਚ ਇਸ ਤਰ੍ਹਾਂ ਵੀ ਸੀ ਕਿ ਵੀ ਜੇ ਤੁਸੀਂ ਪੁੰਨ ਕਰੋਗੇ ਤਾਂ ਵੀ ਜਿਹੜੀਆਂ ਇਹ ਇੰਦਰਪੁਰੀ ਆ, ਬ੍ਰਹਮਪੁਰੀ ਆ, ਸ਼ਿਵਪੁਰੀ, ਵੀ ਇਹਨਾਂ ਪੁਰੀਆਂ 'ਚ ਤੁਹਾਡਾ ਵਾਸਾ ਹੋ ਜਾਊਗਾ, ਵੀ ਇਹ ਪੁਰੀਆਂ ਪਤਾ ਨਹੀਂ ਸ਼ਾਇਦ ਸਦਾ ਰਹਿਣ ਵਾਲੀਆਂ ਨੇ। ਉਹ ਫਿਰ ਪਾਤਸ਼ਾਹ ਦੱਸ ਰਹੇ ਨੇ ਕਿ ਜਿਹੜੀ ਇੰਦਰ ਦੀ ਪੁਰੀ ਆ ਉੱਥੇ ਵੀ ਮੌਤ ਆਉਂਦੀ ਆ, ਜਿਹੜੀ ਬ੍ਰਹਮ ਦੀ ਪੁਰੀ ਆ ਮਤਲਬ ਉਸ ਹਿਸਾਬ ਨਾਲ ਉਹਨਾਂ ਨੂੰ ਸਮਝਾ ਰਹੇ ਨੇ ਜੀਵਾਂ ਨੂੰ, ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ਉਸ ਹਿਸਾਬ ਨਾਲ ਬਣੇ ਹੋਏ ਸੀਗੇ ਇਹਨਾਂ ਪੁਰੀਆਂ ਦੇ। ਫਿਰ ਕਹਿੰਦੇ ਜਿਹੜੀ ਬ੍ਰਹਮਪੁਰੀ ਆ ਵੀ ਇਹ ਵੀ ਰਹਿਣ ਵਾਲੀ ਨਹੀਂ ਗੀ, ਇਹਦੇ ਵਿੱਚ ਵੀ ਮੌਤ ਆਉਣੀ ਆ, ਇਹਨੇ ਵੀ ਖਤਮ ਹੋਣਾ। ਇਸ ਤਰ੍ਹਾਂ ਵੀ ਕਹਿੰਦੇ ਜਿਹੜੀ ਸ਼ਿਵ ਦੀ ਪੁਰੀ ਆ ਉਹਦੇ ਵਿੱਚ ਵੀ ਮੌਤ ਨੇ ਆਉਣਾ ਹੀ ਆਉਣਾ। ਕਹਿੰਦੇ ਜਦੋਂ ਜੀਵ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਆਪਣਾ ਜੀਵਨ ਬਿਤਾਉਂਦੇ ਨੇ, ਕਹਿੰਦੇ ਉਹ ਸਭ ਕੁਛ ਖਤਮ ਹੋਣ ਵਾਲਾ ਹੁੰਦਾ। ਗਿਰ ਤਰ ਧਰਨ ਗਗਨ ਅਰ ਤਾਰੇ, ਰਵ ਸਸ ਪਵਨ ਪਾਵਕ ਨੀਰਾਰੇ। ਕਹਿੰਦੇ ਪਰਬਤ, ਧਰਤੀ, ਰੁੱਖ, ਆਕਾਸ਼, ਤਾਰੇ, ਸੂਰਜ, ਚੰਦਰਮਾ, ਹਵਾ, ਅੱਗ, ਪਾਣੀ, ਸਭ ਕੁਛ ਖਤਮ ਹੋਣ ਵਾਲਾ। ਕਹਿੰਦੇ ਇੱਕ ਦਿਨ ਖਤਮ ਹੋ ਜਾਊਗਾ। ਦਿਨਸ ਰੈਣ ਬਰਤ ਅਰ ਭੇਦਾ, ਸਾਸਤ ਸਿਮਰਤ ਬਿਨ ਸੇ ਗੈ ਬੇਦਾ। ਇਸ ਤਰ੍ਹਾਂ ਕਹਿੰਦੇ ਦਿਨ ਰਾਤ, ਹੋਰ ਕਹਿੰਦੇ ਜਿਹੜਾ ਵਰਤ ਵਰਤਾ ਹੈ, ਸਾਰਾ ਜੀਵ ਦਾ ਕਰਮ, ਸ਼ਾਸਤਰ, ਸਿਮਰਤੀਆਂ, ਸਭ ਕੁਛ, ਵੇਦ ਪੁਰਾਣ, ਸਭ ਕੁਛ ਕਹਿੰਦੇ ਇੱਕ ਦਿਨ ਖਤਮ ਹੋਣਾ। ਤੀਰਥ ਦੇਵ ਦੇਹਰਾ ਪੋਥੀ, ਮਾਲਾ ਤਿਲਕ ਸੋਚ ਪਾਕ ਹੋਤੀ।
ਕਹਿੰਦੇ ਤੀਰਥ ਇਸ਼ਨਾਨ, ਦੇਵਤੇ, ਮੰਦਰ, ਪੋਥੀਆਂ, ਮਾਲਾ, ਤਿਲਕ, ਜਿਹੜੀ ਪੰਡਿਤ ਪਵਿੱਤਰ ਰਸੋਈ ਬਣਾਉਂਦੇ ਨੇ, ਹਵਨ ਕਰਨ ਵਾਲੇ, ਸਭ ਕੁਝ ਖਤਮ ਹੋ ਜਾਣਾ ਇੱਕ ਦਿਨ। ਕਹਿੰਦੇ ਧੋਤੀ ਡੰਡੌਤ ਪ੍ਰਸਾਦਨ ਭੋਗਾ, ਗਵਨ ਕਰੈ ਗੋ ਸਗਲੋ ਲੋਗਾ। ਕਹਿੰਦੇ ਜਿਸ ਤਰ੍ਹਾਂ ਕੋਈ ਉਹ ਧੋਤੀ ਵਾਲੇ ਨੇਕ ਧੋਤੀ ਵਾਲੇ ਕੋਈ ਕਰਮ ਕਰਦੇ ਸੀ, ਡੰਡੌਤ ਬੰਦਨਾ ਕਰਦੇ ਸੀ, ਹੋਰ ਸਾਰੇ ਕਹਿੰਦੇ ਕੋਈ ਮਹਿਲਾਂ ਦੇ ਵਿੱਚ ਪਦਾਰਥਾਂ ਦੇ ਭੋਗ ਕਰਨੇ, ਇਹ ਸਭ ਕੁਛ ਤੇ ਸਾਰੇ ਲੋਕ ਇੱਕ ਦਿਨ ਖਤਮ ਹੋ ਜਾਣਗੇ। ਕਹਿੰਦੇ ਜਾਤ ਵਰਨ ਤੁਰਕ ਅਰ ਹਿੰਦੂ, ਪਸ਼ੂ ਪੰਖੀ ਅਨੇਕ ਜੋਨ ਜਿੰਦੂ, ਸਗਲ ਪਾਸਾਰ ਦੀਸੈ ਪਾਸਾਰਾ, ਬਿਨ ਸਜਾਏ ਗੋ ਸਗਲ ਆਕਾਰਾ। ਫਿਰ ਕਹਿੰਦੇ ਵੀ ਕਿਸੇ ਵੀ ਚਾਹੇ ਜਾਤ ਦਾ, ਵਰਨ ਦਾ, ਕੋਈ ਹਿੰਦੂ ਆ, ਮੁਸਲਮਾਨ ਆ, ਪਸ਼ੂ ਪੰਖੀ, ਸਾਰੇ ਅਨੇਕਾਂ ਤਰ੍ਹਾਂ ਦੇ ਜੀਵ, ਜਿੰਨਾ ਵੀ ਕਹਿੰਦੇ ਪਸਾਰਾ ਦਿਸ ਰਿਹਾ ਹੈ, ਸਾਰੇ ਆਕਾਰ ਇੱਕ ਦਿਨ ਖਤਮ ਹੋ ਜਾਣਗੇ। ਇਹ ਵੀ ਪਰਮਾਤਮਾ ਦੀ ਮਤਲਬ ਲੀਲਾ ਹੈ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸਚ ਥਾਨਾ। ਫਿਰ ਕਹਿੰਦੇ ਕਿਹੜੀ ਚੀਜ਼ ਆ, ਕਹਿੰਦੇ ਵੀ ਜਿਹੜੀ ਸਦਾ ਰਹਿਣ ਵਾਲੀ ਆ, ਜੋ ਕਹਿੰਦੇ ਸਹਿਜ ਸਿਫਤ, ਜਿੱਥੇ ਕਹਿੰਦੇ ਪਰਮਾਤਮਾ ਦੀ ਆਤਮਿਕ ਅਡੋਲਤਾ 'ਚ ਰਹਿ ਕੇ ਸਿਫਤ ਕੀਤੀ ਜਾਂਦੀ ਹੈ, ਭਗਤੀ ਕੀਤੀ ਜਾਂਦੀ ਆ। ਤਤ ਗਿਆਨ, ਕਹਿੰਦੇ ਜਿੱਥੇ ਤਤ ਗਿਆਨ ਦੇ ਨਾਲ ਸਾਂਝ ਪਾਈ ਜਾਂਦੀ ਆ, ਉਹ ਅਸਥਾਨ ਆ ਜਿੱਥੇ ਹਮੇਸ਼ਾ ਆਨੰਦ ਆ, ਤੇ ਉਹ ਅਟਲ ਸਥਾਨ ਆ ਜੋ ਰਹਿਣ ਵਾਲਾ ਹੈ। ਤਹਾ ਸੰਗਤ ਸਾਧ ਗੁਣ ਰਸੈ, ਅਨਪਉ ਨਗਰ ਤਹਾਂ ਸਦ ਵਸੈ। ਕਹਿੰਦੇ ਉੱਥੇ ਸਾਧ ਸੰਗਤ ਦੇ ਵਿੱਚ ਸਾਧੂ ਲੋਕ ਗੁਣਾਂ ਦੇ ਰਸੀਏ ਬਣਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਉਹ ਨਗਰ ਕਹਿੰਦੇ ਇਸ ਤਰ੍ਹਾਂ ਦਾ ਜਿੱਥੇ ਫਿਰ ਕਹਿੰਦੇ ਜੀਵ ਨੂੰ ਕੋਈ ਡਰ ਨਹੀਂ ਹੈ। ਅਨਪਉ ਨਗਰ ਤਹਾਂ ਸਦ ਵਸੈ, ਉਸ ਨਗਰ ਵਿੱਚ ਰਹਿਣ ਵਾਲਿਆਂ ਨੂੰ ਕਹਿੰਦੇ ਕੋਈ ਡਰ ਨਹੀਂ ਹੁੰਦਾ, ਕੋਈ ਡਰ ਸਹਿਮ ਨਹੀਂ ਰਹਿੰਦਾ। ਤਹਿ ਭਉ ਭਰਮਾ ਸੋਗ ਨ ਚਿੰਤਾ, ਆਵਣ ਜਾਵਣ ਮਿਰਤ ਨਾ ਹੋਤਾ। ਉੱਥੇ ਫਿਰ ਕਹਿੰਦੇ ਜੋ ਜੀਵ ਨੇ ਉਹਨਾਂ ਨੂੰ ਕੋਈ ਡਰ ਨਹੀਂ ਗਾ, ਭਰਮ ਨਹੀਂ, ਸੋਗ ਨਹੀਂ, ਚਿੰਤਾ ਨਹੀਂ, ਆਉਣ ਜਾਣ ਦਾ ਚੱਕਰ ਨਹੀਂ। ਉੱਥੇ ਫਿਰ ਕਹਿੰਦੇ ਆਤਮਿਕ ਮੌਤ ਨਹੀਂ ਹੈ। ਉਹ ਇਸ ਤਰ੍ਹਾਂ ਦੀ ਆਤਮਿਕ ਅਵਸਥਾ ਹੈ। ਤਹਿ ਸਦਾ ਆਨੰਦ ਅਨਹਤ ਆਖਾਰੇ, ਭਗਤ ਵਸੈ ਕੀਰਤਨ ਆਧਾਰੇ। ਉੱਥੇ ਕਹਿੰਦੇ ਸਦਾ ਹੀ ਕਹਿੰਦੇ ਆਨੰਦ ਦੇ ਨਾ ਖਤਮ ਹੋਣ ਵਾਲੇ, ਅਨਹਤ, ਅਨਹਦ ਮਤਲਬ ਹੈਗਾ ਖੁਸ਼ੀ ਦੇ ਜਿਹੜੇ ਗੀਤ ਨੇ, ਜਿਹੜੇ ਮਤਲਬ ਬਿਨਾਂ ਬਜਾਏ ਤੋਂ ਵੱਜਣ ਵਾਲੇ ਵਾਜੇ ਹੁੰਦੇ ਨੇ ਅਨਹਦ, ਉਸ ਤਰ੍ਹਾਂ ਦੇ ਕਹਿੰਦੇ ਅਨਹਦ ਵਾਜਿਆਂ ਦੇ ਅਖਾੜੇ ਉੱਥੇ ਆਨੰਦ ਨਾਲ ਭਰਪੂਰ ਹਮੇਸ਼ਾ ਹੁੰਦੇ ਨੇ। ਕਹਿੰਦੇ ਜਿਹੜੇ ਭਗਤ ਲੋਕ ਨੇ ਉਹ ਹਮੇਸ਼ਾ ਕੀਰਤਨ ਦਾ ਉਹਨਾਂ ਨੂੰ ਆਧਾਰ ਆ, ਪਰਮਾਤਮਾ ਦੀ ਸਿਫਤ ਸਲਾਹ ਦਾ ਆਧਾਰ ਰਹਿੰਦਾ ਉਹਨਾਂ ਨੂੰ। ਕਹਿੰਦੇ ਉਹਨਾਂ ਦੀ ਜੀਵਨ ਦਾ ਆਧਾਰ ਪਰਮਾਤਮਾ ਦੀ ਸਿਫਤ ਸਲਾਹ ਹੈ। ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੈ ਤਾ ਕੀ ਵਿਚਾਰ। ਕਹਿੰਦੇ ਪਰ ਉਹ ਜਿਹੜਾ ਪਰਮਾਤਮਾ ਕਹਿੰਦੇ ਉਹਦੀ ਕਹਿੰਦੇ ਖੇਡ ਨੂੰ ਕੌਣ ਸਮਝ ਸਕਦਾ। ਉਹਦੇ ਕਹਿੰਦੇ ਗੁਣਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ, ਉਹਦੇ ਪਰਲੇ ਬੰਨੇ ਨੂੰ ਸਮਝਿਆ ਨਹੀਂ ਜਾ ਸਕਦਾ। ਉਰਲੇ ਨਾ ਪਰਲੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਲੀਲਾ ਨੂੰ ਸਮਝਿਆ ਨਹੀਂ ਜਾ ਸਕਦਾ ਵੀ ਕੀ ਖੇਡ ਆ। ਕਹੁ ਨਾਨਕ ਜਿਸ ਕਿਰਪਾ ਕਰੈ, ਨਿਹਚਲ ਥਾਨ ਸਾਧ ਸੰਗ ਤਰੈ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮਾਤਮਾ ਆਪ ਕਿਰਪਾ ਕਰਦੇ ਨੇ, ਉਸ ਜੀਵ ਦਾ ਸਥਾਨ ਨਿਹਚਲ ਬਣ ਜਾਂਦਾ। ਕਿਵੇਂ? ਉਹ ਸਾਧ ਸੰਗਤ ਦੇ ਵਿੱਚ ਸਿਫਤ ਸਲਾਹ ਕਰਕੇ ਤਰ ਜਾਂਦਾ, ਇਸ ਭੌਜਲ ਨੂੰ ਪਾਰ ਕਰ ਜਾਂਦਾ। ਗੌੜੀ ਮਹੱਲਾ ਪੰਜਵਾਂ।
जो इस मारे सोई सूरा, जो इस मारै सोई पूरा, जो इस मारै तिसे वड्याई, जो इस मारे तिसका दुख जाई। ऐसा कोई जे दुबदा मार गवावै, इसे मार राज जोग कमावै। रहाओ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਐਸਾ ਕੋਈ ਜੀਵ ਹੈ, ਕਹਿੰਦੇ ਜਿਹੜਾ ਆਪਣੀ ਦੁਬਦਾ ਨੂੰ ਮਾਰ ਦੇ। ਦੁਬਦਾ ਹੈ ਦਵੈਤ ਦੀ ਭਾਵਨਾ, ਮੇਰ ਤੇਰ ਦੀ ਭਾਵਨਾ ਤੇ ਆਪਣੇ ਆਪ ਨੂੰ ਪਰਮਾਤਮਾ ਤੋਂ ਅਲੱਗ ਜਾਣ ਦੀ ਸੋਚ। ਕਹਿੰਦੇ ਐਸਾ ਕੋਈ ਹੈ ਜਿਹੜੀ ਇਸ ਦੁਬਦਾ ਨੂੰ ਮਾਰ ਦੇਵੇ ਆਪਣੇ ਅੰਦਰੋਂ। ਕਹਿੰਦੇ ਜਿਹੜਾ ਕੋਈ ਮਾਰ ਦਿੰਦਾ, ਕਹਿੰਦੇ ਉਹੀ ਸੂਰਮਾ ਹੈ, ਉਹੀ ਕਹਿੰਦੇ ਪੂਰਨ ਪੁਰਖ ਹੈ, ਕਿ ਉਹ ਪਰਮਾਤਮਾ ਵਿੱਚ ਮਿਲ ਜਾਂਦਾ। ਜਿਹੜਾ ਕੋਈ ਮਾਰ ਦਿੰਦਾ ਉਹਨੂੰ ਹੀ ਕਹਿੰਦੇ ਲੋਕ ਪਰਲੋਕ ਦੇ ਵਿੱਚ ਵਡਿਆਈ ਮਿਲਦੀ ਹੈ, ਉਹਦਾ ਸਾਰਾ ਦੁੱਖ ਖਤਮ ਹੋ ਜਾਂਦਾ ਜੋ ਇਸ ਦੁਬਦਾ ਨੂੰ ਮਾਰ ਦੇਵੇ। ਫਿਰ ਕੀ ਕਹਿੰਦੇ ਨੇ, ਕਹਿੰਦੇ ਜੋ ਇਸ ਦੁਬਦਾ ਨੂੰ ਮਾਰ ਦੇਵੇ ਉਹ ਗ੍ਰਹਿਸਥ ਵਿੱਚ ਰਹਿੰਦਿਆਂ ਹੀ ਪਰਮਾਤਮਾ ਨਾਲ ਜੋੜ ਕਰ ਲੈਂਦਾ। ਪਰਮਾਤਮਾ ਨਾਲ ਉਹਦੀ ਸਾਂਝ ਪੈ ਜਾਂਦੀ ਹੈ ਗ੍ਰਹਿਸਥ ਵਿੱਚ ਰਹਿੰਦਿਆਂ ਹੀ। ਵਾਹਿਗੁਰੂ ਜੀ। जो इस मारे तिसको पौ नाहे, जो इस मारे सो नाम समाहे। ਜੋ ਕਹਿੰਦੇ ਇਸ ਦੁਬਦਾ ਨੂੰ ਮਾਰ ਲੈਂਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ, ਉਹਨਾਂ ਦੀ ਸਮਾਈ ਨਾਮ ਦੇ ਵਿੱਚ ਹੋ ਜਾਂਦੀ ਆ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੂਝੈ, ਜੋ ਇਸ ਮਾਰੇ ਸੋ ਦਰਗਹਿ ਸੀਜੈ। ਜੋ ਕਹਿੰਦੇ ਇਹਨਾਂ ਨੂੰ ਮਾਰ ਲੈਂਦੇ ਨੇ ਦੁਬਦਾ ਨੂੰ, ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ। ਉਹ ਕਹਿੰਦੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ, ਸੁਰਖਰੂ ਹੋ ਜਾਂਦੇ ਨੇ। ਜੋ ਇਸ ਮਾਰੇ ਸੋ ਤਨਵੰਤਾ, ਜੋ ਇਸ ਮਾਰੇ ਸੋ ਪਤਵੰਤਾ। ਦੁਬਦਾ ਨੂੰ ਮਾਰਨ ਵਾਲੇ ਜੀਵ ਧਨਾੜ ਹੋ ਜਾਂਦੇ ਨੇ। ਕਿਸ ਚੀਜ਼ ਨਾਲ? ਨਾਮ ਨਾਲ। ਨਾਮ ਧਨ ਇਕੱਠਾ ਕਰਦੇ ਨੇ, ਉਹੀ ਫਿਰ ਇੱਜ਼ਤ ਵਾਲੇ ਕਹਾਉਂਦੇ ਨੇ। ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੈ ਤਿਸ ਹੋਵੈ ਗਤੀ। ਹਾਂਜੀ ਸੰਗਤ ਜੀ, ਕਹਿੰਦੇ ਜਿਹੜੇ ਜੀਵ ਆਪਣੀ ਦੁਬਦਾ ਨੂੰ ਮਾਰਦੇ ਨੇ, ਦਵੈਤ ਭਾਵਨਾ ਨੂੰ ਮਾਰਦੇ ਨੇ, ਉਹੀ ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖਦੇ ਨੇ, ਜਤੀ ਕਹਾਉਂਦੇ ਨੇ। ਉਹੀ ਕਹਿੰਦੇ ਫਿਰ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ। ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਹਚਲ ਤਨੀ। ਦੁਬਦਾ ਨੂੰ ਮਾਰਨ ਵਾਲੇ ਜੀਵ ਕਹਿੰਦੇ ਉਹਨਾਂ ਦਾ ਜੀਵਨ ਸਫਲਾ ਮੰਨਿਆ ਜਾਂਦਾ। ਇੱਥੇ ਸੰਸਾਰ 'ਤੇ ਆਉਣਾ ਉਹਨਾਂ ਦਾ, ਉਹ ਕਹਿੰਦੇ ਸੱਚ ਦੇ ਵਿੱਚ ਹੀ ਧਨਾੜ ਹੁੰਦੇ ਨੇ, ਨਾਮ ਧਨ ਵਾਲੇ। ਜੋ ਇਸ ਮਾਰੇ ਸੋ ਵਡ ਭਾਗਾ, ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਕਹਿੰਦੇ ਇਹਨੂੰ ਮਾਰਨ ਵਾਲੇ ਵੱਡੇ ਭਾਗਾਂ ਵਾਲੇ ਨੇ। ਦਵੈਤ ਨੂੰ ਮਾਰਨ ਵਾਲੇ ਮਾਇਆ ਵੱਲੋਂ ਹਰ ਰੋਜ਼ ਸੁਚੇਤ ਰਹਿੰਦੇ ਨੇ। ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ। ਕਹਿੰਦੇ ਦਵੈਤ ਨੂੰ ਮਾਰਨ ਵਾਲੇ, ਦੁਬਦਾ ਨੂੰ ਮਾਰਨ ਵਾਲੇ ਅੰਦਰੋਂ ਉਹ ਕਹਿੰਦੇ ਜੀਵਨ ਮੁਕਤ ਹੁੰਦੇ ਨੇ। ਉਹ ਆਪਣੇ ਵਿਕਾਰਾਂ ਨੂੰ ਖਤਮ ਕਰ ਲੈਂਦੇ ਨੇ, ਉਹ ਮਾਇਆ ਦੀ ਤ੍ਰਿਸ਼ਨਾ ਖਤਮ ਕਰ ਲੈਂਦੇ ਨੇ। ਉਹਨਾਂ ਦੀ ਕਹਿੰਦੇ ਜੀਵਨ ਜੁਗਤ ਪਵਿੱਤਰ ਬਣ ਜਾਂਦੀ ਹੈ, ਜੀਵਨ ਦੀ ਮਰਿਆਦਾ। ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ। ਕਹਿੰਦੇ ਦੁਬਦਾ ਨੂੰ ਮਾਰਨ ਵਾਲੇ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਨੇ। ਉਹਨਾਂ ਦੇ ਕਹਿੰਦੇ ਆਤਮਿਕ ਅਡੋਲਤਾ 'ਚ ਟਿਕ ਕੇ ਪਰਮਾਤਮਾ ਦੇ ਚਰਨਾਂ 'ਚ ਧਿਆਨ ਟਿਕਿਆ ਰਹਿੰਦਾ। ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ। ਕਹਿੰਦੇ ਕੋਈ ਜੀਵ ਜੇ ਆਪਣੀ ਦੁਬਦਾ ਨਹੀਂ ਮਾਰਦਾ, ਦਵੈਤ ਨਹੀਂ ਖਤਮ ਕਰਦਾ, ਕਹਿੰਦੇ ਚਾਹੇ ਉਹ ਕੋਈ ਕਰੋੜਾਂ ਹੋਰ ਤਰ੍ਹਾਂ ਦੇ ਧਾਰਮਿਕ ਕਰਮ ਕਰੇ, ਜਪ ਤਪ ਕਰੇ, ਪਰ ਕਹਿੰਦੇ ਇਹ ਸਭ ਕੁਝ ਕੀਤਾ ਉਹਦਾ ਥਾਂ ਨਹੀਂ ਪੈਂਦਾ ਜਦ ਤੱਕ ਉਹਦੇ ਅੰਦਰੋਂ ਦੁਬਦਾ ਨਹੀਂ ਖਤਮ ਹੁੰਦੀ।
इस मारी बिन जन्म ना मिटै, इस मारी बिन जम ते नहीं छूटै। ਕਹਿੰਦੇ ਅੰਦਰੋਂ ਜਦੋਂ ਤੱਕ ਜੀਵ ਦੇ ਦੁਬਦਾ ਨਹੀਂ ਖਤਮ ਹੋਈ ਤਾਂ ਉਹਦਾ ਜਨਮ ਮਰਨ ਦਾ ਚੱਕਰ ਨਹੀਂ ਖਤਮ ਹੋਣਾ ਤੇ ਉਹਦਾ ਜਮਾਂ ਦੇ ਨਾਲ ਮੇਲ ਹੋਣ ਤੋਂ ਵੀ ਨਹੀਂ ਖਤਮ ਹੋਣਾ। ਜਮਾਂ ਦਾ ਟਾਕਰਾ ਉਹਨੂੰ ਕਰਨਾ ਹੀ ਪੈਣਾ ਫਿਰ। ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨਾ ਤੋਈ। ਕਹਿੰਦੇ ਜਦੋਂ ਤੱਕ ਜੀਵ ਦੇ ਅੰਦਰੋਂ ਦੁਬਦਾ ਦਵੈਤ ਦੀ ਭਾਵਨਾ ਨਹੀਂ ਖਤਮ ਹੋਈ ਤਾਂ ਉਹਨਾਂ ਨੂੰ ਤੱਤ ਗਿਆਨ ਨਹੀਂ ਹੁੰਦਾ, ਜੀਵਨ ਦੀ ਅਸਲੀਅਤ ਨਹੀਂ ਸਮਝ ਆਉਂਦੀ ਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈਂਦੀ ਹੈਗੀ। ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੌਲਾ। ਕਹਿੰਦੇ ਦੁਬਦਾ ਮਾਰਨ ਤੋਂ ਬਿਨਾਂ ਜੀਵ ਦੇ ਅੰਦਰ ਵਿਕਾਰਾਂ ਦੀ ਮੈਲ ਰਹਿੰਦੀ ਆ, ਉਹਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਰਹਿੰਦੀ ਆ, ਸਭ ਕੁਛ ਜਿਸਾ ਉਹਦੇ ਲਈ ਧੁੰਦਲਾ ਰਹਿੰਦਾ। ਜਾ ਕੋ ਪਏ ਕਿਰਪਾਲ ਕਿਰਪਾ ਨਿਧ, ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਕਹਿੰਦੇ ਜਿਸ ਜੀਵ ਤੇ ਪਰਮਾਤਮਾ ਆਪ ਕਿਰਪਾ ਕਰਦੇ ਨੇ, ਕਿਰਪਾ ਦਾ ਖਜ਼ਾਨੇ ਪਰਮਾਤਮਾ ਆਪ ਕਿਰਪਾ ਕਰਦੇ ਨੇ, ਉਸ ਜੀਵ ਦੇ ਸਾਰੀ ਕਹਿੰਦੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਆ ਤੇ ਉਹਦੇ ਸਾਰੇ ਜਿਹੜੇ ਕਾਰਜ ਨੇ ਰਾਸ ਹੋ ਜਾਂਦੇ ਨੇ। ਉਹ ਜਿਸ ਤਰ੍ਹਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਤੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰੋਂ ਗੁਰੂ ਨੇ ਦੁਬਿਧਾ ਖਤਮ ਕਰ ਦਿੱਤੀ, ਉਹ ਕਹਿੰਦੇ ਜੀਵ ਪਰਮਾਤਮਾ ਦੇ ਨਾਲ ਸਾਂਝ ਪਾਉਂਦੇ ਨੇ, ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰਦੇ ਨੇ, ਪਰਮਾਤਮਾ ਦੀਆਂ ਕਥਾ ਦੀ ਵਿਚਾਰਾਂ ਕਰਦੇ ਨੇ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।